श्री अकाल तखत साहिब के जथेदार सिंह साहिब ज्ञानी हरप्रीत सिंह ने पटियाला हिंसा मामले च पंथक इकट्ठ सद्या है, जिस तो बाद कई सिख जथेबंदियां दे आगू श्री अकाल तखत साहिब ते पहुंचे अते इस पंथक इकट्ठ दा हिस्सा बने। पिछले दिनी पटियाले विखे वापरी घटना दे मद्देनज़र सरकार वल्लों लड़ाई नूं साजिश ढंग नाल हिंदू सिख लड़ाई वजों मीडिया राही पेश करना, सिख नौजवानां नूं टारगेट करना अते इन्हां दे परिवारां नूं गिरफ्तारी करन दी घटना कारण सरकारां वल्लों सिखां नूं निशाना बना के वोट दी दुरवरतों करन दी राजनीति करना जाहिर है, जो वार-वार अजिहा हुंदा आ रिहा, जिस दे चलदे अज पंथक इकट्ठ सद्या गया अते पंथक इकट्ठ दे विच 6 मते पाए गए, जिन्हां विचों फैसला लीता गया कि बरजिंदर परवाने नूं नाजायज़ तौर ते पुलिस ने मामला दर्ज कीता है अते इस दे नाल ही 26 दे करीब सिख नौजवानां ते नाजायज़ तौर ते मामले दर्ज कीते गए हन। श्री अकाल तखत साहिब दे जथेदार ते सिख पंथक जथेबंदियां ने मंग कीती कि इन्हां मामलिਆਂ ਦੀ ਨਿਰਪੱਖਤਾ ਨਾਲ ਪਾਰਦਰਸ਼ੀ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਜਦੋਂ ਤੱਕ ਜਾਂਚ ਹੁੰਦੀ ਹੈ ਉਦੋਂ ਤੱਕ ਕਿਸੇ ਵੀ ਸਿੱਖ ਨੌਜਵਾਨ ਦੀ ਗ੍ਰਿਫਤਾਰੀ ਨਹੀਂ ਹੋਣੀ ਚਾਹੀਦੀ। ਪੰਜਾਬ 24 ਨਿਊਜ਼ ਤੇ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋर्ट। वाहिगुरू जी का खालसा वाहिगुरू जी की फतेह। सारे मीडिया का बहुत बहुत धन्यवाद जी। अज जिमें कि तय होया सीगा जथेदार श्री अकाल तख्त साहब ने सद्दा दे के पंथ दीआं समूह सिख जथेबंदियां नूं जिहड़ा वो अकाल तख्त साहब ते बुलाया सीगा, जिहदे विच मेन एजेंडा जिहड़ा सीगा मीटिंग दा वो सीगा कि जिहड़ी पटियाले दे विच 29 तरीक नूं एक घटना होई है ते जिहदा सारा बलेम सरकार वालों बड़े साजिशी ढंग दे नाल सिख कौम दे उत्ते थोप दिता गया। ਉਹਦੇ ਪਰਥਾਏ ਅੱਜ ਇਹ ਸਿੱਖ ਜਥੇਬੰਦੀਆਂ ਦੀ ਮੀਟਿੰਗ ਹੋਈ ਸੀਗੀ ਕਿ ਅਸੀਂ ਆਪਣੀ ਗੱਲ ਤਖਤ ਸਾਹਿਬ ਨੂੰ ਕਹਿ ਸਕੀਏ ਤੇ ਇਹ ਤਖਤ ਸਾਹਿਬ ਦੀ ਫਸੀਲ ਤੋਂ ਜਿਹੜਾ ਉਹ ਅਸੀਂ ਜਿੱਥੋਂ ਤੱਕ ਗੱਲ ਪਹੁੰਚਾਉਣਾ ਚਾਹੁੰਦੇ, ਕਿਉਂਕਿ ਇਹ ਮਸਲਾ ਸਰਕਾਰ ਦੇ ਨਾਲ ਹੈ, ਇਹ ਸਟੇਟ ਵਰਸਸ ਹੋ ਚੁੱਕਾ ਹੈ। ਕਿਉਂਕਿ ਸਰਕਾਰ ਜਿਸ ਢੰਗ ਨਾਲ ਇੱਕ ਪਾਸੜ ਕਾਰਵਾਈ ਕਰਦੀ ਹੋਈ ਬੇਮਤਲਬ ਭਾਈ ਬਰਜਿੰਦਰ ਸਿੰਘ ਪਰਵਾਨਾ ਨੂੰ ਮਾਸਟਰਮਾਈਂਡ ਕਹਿ ਰਹੀ ਹੈ, ਸੋਟੀ ਦੇ ਨਾਲ ਜਿਹੜਾ ਤਲਵਾਰ ਨੂੰ ਰੋਕ ਰਹੇ ਭਾਈ ਗੁਰਸੇਵਕ ਸਿੰਘ ਭਾਣਾ ਨੂੰ ਜਿਹੜਾ ਉਹਨਾਂ ਦੇ ਉੱਤੇ 307 ਦਾ ਪਰਚਾ ਹੁੰਦਾ, ਇਹ ਸਰਕਾਰ ਦੀ ਮਨਸ਼ਾ ਦੱਸਦਾ ਹੈ ਕਿ ਕਿਵੇਂ ਸਰਕਾਰ ਜਿਹੜੀ ਹੈ ਉਹ ਦਮਨਕਾਰੀ ਨੀਤੀ ਅਪਣਾ ਕੇ ਸਿੱਖਾਂ ਨੂੰ ਜਿਹੜਾ ਕੁਚਲਣਾ ਚਾਹੁੰਦੀ ਹੈ। ਇਹਦੇ ਪਿੱਛੇ ਉਹ ਪੁਰਾਣਾ ਜਿਹੜਾ ਫਾਰਮੂਲਾ ਹੈ ਰਾਜਨੀਤਿਕ ਪਾਰਟੀਆਂ ਦਾ ਕਿ ਸਿੱਖਾਂ ਦੇ ਹੱਡੀਆਂ ਦਾ ਤੰਦੂਰ ਜਿਹੜਾ ਉਹ ਤਪਾਇਆ ਜਾਵੇ ਤਾਂ ਕਿ ਦੂਜੀਆਂ ਸਟੇਟਾਂ ਦੇ ਵਿੱਚੋਂ ਉਹਨਾਂ ਦੀ ਵੋਟ ਪੋਲਰਾਈਜੇਸ਼ਨ ਜਿਹੜੀ ਉਹ ਹੋ ਸਕੇ। ਇਹਦੇ ਪਰਥਾਏ ਅੱਜ 6 ਜਿਹੜੇ ਮਤੇ ਨੇ ਉਹ ਸਮੁੱਚੇ ਇਕੱਠ ਨੇ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਦੀ ਸਰਪ੍ਰਸਤੀ ਦੇ ਵਿੱਚ ਪੂਰੀ ਕੌਮ ਨੂੰ ਜਿਹੜੇ ਉਹ ਦਿੱਤੇ ਨੇ। ਮੈਂ ਉਹ ਪੜ੍ਹ ਕੇ ਤੁਹਾਨੂੰ ਸਾਰੇ ਦੁਬਾਰਾ ਸੁਣਾ ਦਿੰਦਾ ਜੀ। ਅੱਜ ਦਾ ਇਕੱਠ ਮਿਤੀ 29 ਅਪ੍ਰੈਲ ਨੂੰ ਪਟਿਆਲਾ ਵਿਖੇ ਹੋਏ ਹਿੰਸਕ ਮਾਮਲੇ ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਸਿੱਖ ਕੌਮ ਪ੍ਰਤੀ ਦਮਨਕਾਰੀ ਨੀਤੀ ਮੰਨਦਾ ਹੋਇਆ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ, ਕਿਉਂਕਿ ਕਈ ਦਿਨ ਪਹਿਲਾਂ ਪੋਸਟਰ ਬਣਾ ਕੇ ਸਿੱਖ ਕੌਮ ਨੂੰ ਵੰਗਾਰਨ ਬਾਰੇ ਫਿਰਕਾ ਪ੍ਰਸਤ ਹਰੀਜ ਸਿੰਗਲੇ ਅਤੇ ਉਹਦੇ ਸਾਥੀਆਂ ਉੱਤੇ ਘਟਨਾ ਵਾਪਰਨ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਪਰ ਪ੍ਰਸ਼ਾਸਨ ਰਾਹੀਂ ਸੰਵਿਧਾਨਕ ਚਾਰਾਜੋਈ ਕਰ ਰਹੇ ਬਰਜਿੰਦਰ ਸਿੰਘ ਪਰਵਾਨਾ ਨੂੰ ਘਟਨਾ ਦਾ ਮਾਸਟਰਮਾਈਂਡ ਆਖ ਕੇ ਸਰਕਾਰ ਨੇ ਮੀਡੀਆ ਰਾਹੀਂ ਸਿੱਖ ਕੌਮ ਦੇ ਖਿਲਾਫ ਝੂਠਾ ਬਿਰਤਾਂਤ ਜਿਹੜਾ ਉਹ ਸਿਰਜਿਆ। ਪੰਜਾਬ ਸਰਕਾਰ ਦੀ ਸਿੱਖ ਕੌਮ ਪ੍ਰਤੀ ਮਾੜੀ ਨੀਤੀ ਇੱਥੋਂ ਜਗ ਜ਼ਾਹਰ ਹੁੰਦੀ ਹੈ ਕਿ ਇੱਕ ਸ਼ਖਸ ਤਲਵਾਰ ਨਾਲ ਗੁਰਸੇਵਕ ਸਿੰਘ ਭਾਣਾ 'ਤੇ ਵਾਰ ਕਰਦਾ ਅਤੇ ਉਹ ਡੰਡੇ ਨਾਲ ਰੋਕਣ ਦਾ ਯਤਨ ਕਰਦੇ, ਪਰ ਸਰਕਾਰ ਡੰਡੇ ਨਾਲ ਰੋਕਣ ਵਾਲੇ 'ਤੇ ਧਾਰਾ 307 ਦੇ ਅਧੀਨ ਪਰਚਾ ਦਰਜ ਕਰਦੀ ਹੈ। ਸਰਕਾਰ ਵੱਲੋਂ ਸਿੱਖਾਂ ਉੱਤੇ ਮੰਦਰ ਅੰਦਰ ਹਮਲੇ ਦਾ ਦੋਸ਼ ਮੜਿਆ ਗਿਆ, ਪਰ ਮੰਦਰ ਕਮੇਟੀ ਨੇ ਸਰਕਾਰ ਦੇ ਇਸ ਝੂਠ ਦਾ ਪਰਦਾ ਫਾਸ਼ ਕੀਤਾ। ਸਰਕਾਰ ਨੇ 26 ਦੇ ਕਰੀਬ ਨਿਰਦੋਸ਼ ਸਿੱਖਾਂ 'ਤੇ ਪਰਚੇ ਦਰਜ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ ਥਾਣਿਆਂ ਵਿੱਚ ਜਲੀਲ ਕੀਤਾ। ਅੱਜ ਦਾ ਇਹ ਇਕੱਠ ਸਿੱਖਾਂ ਪ੍ਰਤੀ ਸਰਕਾਰ ਦੇ ਝੂਠੇ ਪ੍ਰੋਪੇਗੰਡੇ ਦੀ ਪੁਰਜ਼ੋਰ ਨਿਖੇਧੀ ਕਰਦਾ ਹੋਇਆ ਇਸ ਮਾਮਲੇ ਦੀ ਨਿਰਪੱਖ ਨਿਆਇਕ ਜਾਂਚ ਦੀ ਮੰਗ ਕਰਦਾ ਹੈ ਅਤੇ ਨਾਲ ਦੀ ਨਾਲ ਹੀ ਇਹ ਮੰਗ ਕਰਦਾ ਹੈ ਕਿ ਜਿੰਨੀ ਦੇਰ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਉਨਾ ਚਿਰ ਤੱਕ ਕਿਸੇ ਵੀ ਕਿਸਮ ਦੀ ਗ੍ਰਿਫਤਾਰੀ ਦੇ ਉੱਤੇ ਰੋਕ ਲਾਈ ਜਾਵੇ। ਅੱਜ ਦਾ ਇਕੱਠ ਜਥੇਦਾਰ ਅਕਾਲ ਤਖਤ ਸਾਹਿਬ ਦੇ ਰਾਹੀਂ ਪੰਜਾਬ ਸਰਕਾਰ ਨੂੰ 70ਵੇਂ ਦਹਾਕੇ ਵਿੱਚ ਇੰਦਰਾ ਗਾਂਧੀ ਵੱਲੋਂ ਸਿੱਖਾਂ ਦੀ ਨੂੰ ਕੁਚਲ ਕੇ ਬਾਕੀ ਸੂਬਿਆਂ ਵਿੱਚ ਚੋਣਾਂ ਜਿੱਤਣ ਵਾਲੇ ਰਾਹ ਤੁਰਨ ਤੋਂ ਵਰਜਦਾ ਹੋਇਆ ਤਾਰਨਾ ਕਰਦਾ ਹੈ ਕਿ ਸਿੱਖਾਂ ਦੀ ਨਸਲਕੁਸ਼ੀ ਹਕੂਮਤਾਂ ਨੂੰ ਬਰਬਾਦੀ ਦੇ ਰਾਹ ਲੈ ਕੇ ਗਈ ਸੀ। ਇਸ ਲਈ ਸਿੱਖਾਂ ਦੀਆਂ ਹੱਡੀਆਂ ਦਾ ਤੰਦੂਰ ਤਪਾ ਕੇ ਫਿਰਕਾ ਪ੍ਰਸਤੀ ਦੀਆਂ ਸਿਆਸੀ ਰੋਟੀਆਂ ਸੇਕਣ ਤੋਂ ਗੁਰੇਜ਼ ਕੀਤਾ ਜਾਵੇ। ਅੱਜ ਦਾ ਇਕੱਠ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਸਰਕਾਰ ਨੂੰ ਇਹ ਆਦੇਸ਼ ਕਰਨ ਦੀ ਮੰਗ ਕਰਦਾ ਹੈ ਕਿ ਫਿਰਕਾ ਪ੍ਰਸਤੀ ਦੀ ਅੱਗ ਫੈਲਾਉਣ ਵਾਲੇ ਨਕਲੀ ਸ਼ਿਵ ਸੈਨਿਕਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਸੁਰੱਖਿਆ ਗਾਰਡ ਤੁਰੰਤ ਬੰਦ ਕੀਤੀ ਜਾਵੇ ਅਤੇ ਸਰਕਾਰ ਯਕੀਨੀ ਬਣਾਵੇ ਕਿ ਹਾਈ ਕੋਰਟ ਜਾਂ ਇਸ ਲੈਵਲ ਦੇ ਜਿਹੜੇ ਅਦਾਰੇ ਨੇ ਉਹ ਸਰਕਾਰ ਦੀ ਦਖਲ ਅੰਦਾਜ਼ੀ ਦੇ ਰਾਹੀਂ ਜਿਹੜਾ ਉਹ ਸਹੀ ਲੋਕਾਂ ਨੂੰ ਹੀ ਗਾਰਦ ਦੇਣ, ਨਾ ਕਿ ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਗਾਰਦਾਂ ਦਿੱਤੀਆਂ ਜਾਣ। ਅੱਜ ਦਾ ਇਕੱਠ ਜਥੇਦਾਰ ਅਕਾਲ ਤਖਤ ਸਾਹਿਬ ਦੇ ਰਾਹੀਂ ਇਹ ਸਰਕਾਰ ਨੂੰ ਇਹ ਆਦੇਸ਼ ਕਰਨ ਦੀ ਮੰਗ ਕਰਦਾ ਹੈ ਕਿ ਕਿਸੇ ਵੀ ਕੌਮ ਦੀਆਂ ਭਾਵਨਾਵਾਂ
ਦਾ ਖਿਲਵਾੜ ਕਰਨ ਵਾਲੇ ਉੱਤੇ ਤੁਰੰਤ ਪਰਚਾ ਦੇ ਕੇ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾਵੇ। 6ਵਾਂ ਤੇ ਲਾਸਟ ਹੈ ਜੀ, ਅੱਜ ਦਾ ਇਕੱਠ ਜਥੇਦਾਰ ਅਕਾਲ ਤਖਤ ਸਾਹਿਬ ਰਾਹੀਂ ਸਰਕਾਰ ਨੂੰ ਯਾਦ ਕਰਵਾਉਂਦਾ ਚਾਹੁੰਦਾ ਹੈ ਕਿ ਭਾਰਤ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਆਫ ਇੰਡੀਆ ਦੇ ਹੁਕਮਾਂ ਮੁਤਾਬਕ ਹਿੰਦੂ ਰਾਸ਼ਟਰ ਜਾਂ ਖਾਲਿਸਤਾਨ ਦੀ ਮੰਗ ਕਰਨਾ ਕੋਈ ਜੁਰਮ ਨਹੀਂ ਹੈ। ਇਸ ਲਈ ਸਰਕਾਰ ਜਾਂ ਫਿਰਕਾ ਪ੍ਰਸਤ ਅਨਸਰ ਵਾਰ-ਵਾਰ ਸਿੱਖ ਨੌਜਵਾਨੀ ਨੂੰ ਖਾਲਿਸਤਾਨ ਜਿੰਦਾਬਾਦ ਜਾਂ ਖਾਲਿਸਤਾਨ ਕਹਿਣ ਦੇ ਉੱਤੇ ਜਾਂ ਉਹਦੀ ਮੰਗ ਕਰਨ ਦੇ ਉੱਤੇ ਕਿਸੇ ਕਿਸਮ ਦਾ ਜਿਹੜਾ ਉਹ ਨਿਸ਼ਾਨਾ ਨਾ ਬਣਾਉਣ। ਇਹ ਮਤੇ ਜਿਹੜੇ ਆ ਅੱਜ ਸਿੰਘ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਸਮੁੱਚੀਆਂ ਤਕਰੀਬਨ 50 ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਪਹੁੰਚੇ ਸੀ, ਉਹਨਾਂ ਨੇ ਅੱਜ ਪੂਰੀ ਦੁਨੀਆ ਦੇ ਸਨਮੁਖ ਰੱਖਿਆ ਜੀ। ਠੀਕ ਹੈ ਫਿਰ ਸਿੰਘ ਸਾਹਿਬ ਅੱਜ ਜਿਹੜੇ ਪਟਿਆਲੇ 'ਚ ਹੇਟ ਸਪੀਚ ਦੇ ਕਾਰਨ ਜਿਹੜੇ ਉੱਥੇ ਮਾੜੇ ਕਾਰਨਾਮੇ ਹੋਏ ਆ, ਉਹਨਾਂ ਬਾਰੇ ਮੀਟਿੰਗ ਰੱਖੀ ਸੀ। ਅਸੀਂ ਬੇਨਤੀ ਕੀਤੀ ਹੈ ਕਿ ਆਪਾਂ ਵੰਡੇ ਹੋਏ ਹਾਂ ਤੇ ਆਪਣੀ ਜਿਹੜੀ ਡੈਮੋਕ੍ਰੇਸੀ ਭੰਗ ਕੀਤੀ ਗਈ ਹੈ। ਸਟੇਟ ਨੇ ਸਾਨੂੰ ਇਕਮੁੱਠ ਹੋਣ ਦਾ ਕੋਈ ਮੌਕਾ ਨਹੀਂ ਦਿੱਤਾ। ਸਾਡੇ ਜਿਹੜੇ SGPC ਦੇ ਚੋਣ ਹੈ ਉਹ 11 ਸਾਲ ਲੇਟ ਹੈ। ਸਾਡੀ SGPC ਜਮਹੂਰੀਅਤ ਢੰਗ ਤੌਰ ਤਰੀਕੇ ਨਾਲ ਇਸ ਲੋਕ ਸਭਾ ਤੋਂ ਪਹਿਲਾਂ ਬਣੀ ਸੀ। ਅੱਜ ਲੋਕ ਸਭਾ 17ਵੀਂ ਉਹਨਾਂ ਦਾ ਹਾਊਸ ਬਣਿਆ ਤੇ ਸਾਡਾ ਅੱਜ 8ਵਾਂ ਹਾਊਸ ਉਹ ਵੀ ਲੇਟ ਚੱਲ ਰਿਹਾ ਹੈਗਾ। ਉਹਦੇ ਚੋਣ ਹੀ ਨਹੀਂ ਹੋਏ ਹੈਗੇ। ਜਿਹੜੇ ਸਾਡੇ ਲੋਕਲ ਗੁਰਦੁਆਰੇ ਹੈ ਉਹਦੇ 23 ਸਾਲ ਹੋ ਗਏ ਚੋਣ ਹੋਏ ਨੂੰ। ਸਰਕਾਰਾਂ ਨੇ ਸਾਡੇ ਚੋਣ ਭੰਗ ਕਰਕੇ ਸਾਨੂੰ ਖਿੰਡਾਤਾ ਹੈਗਾ। ਜਿਹੜੀਆਂ ਸਾਡੀਆਂ ਮਤਭੇਦ ਹੈਗੀਆਂ, ਜਿਹੜੀ ਦੁਰਵਰਤੋਂ ਹੈ, ਜਿਹੜੇ ਸਾਡੇ ਉਹ ਡੈਮੋਕ੍ਰੇਸੀ ਰਾਹੀਂ ਮਤਦਾਨ ਰਾਹੀਂ ਇਹਨਾਂ ਨੇ ਰੋਕਤੇ ਹੈ। ਸਗੋਂ ਸਾਨੂੰ ਹੁਣ ਲੜਾਈਆਂ ਤੇ ਜਦੋਜਹਿਦ 'ਚ ਪਾਇਆ ਹੋਇਆ ਹੈਗਾ। ਸੋ ਅਸੀਂ ਉਰੇ ਬੇਨਤੀ ਕੀਤੀ ਹੈ ਕਿ ਜੇ ਆਪਾਂ ਇਕਮੁੱਠ ਹੋ ਕੇ ਆਪਣਾ ਜਮਹੂਰੀਅਤ ਢਾਂਚਾ ਬਹਾਲ ਕਰ ਲਈਏ ਤਾਂ ਆਪਾਂ ਆਪਣੇ ਮਸਲਿਆਂ ਦੇ ਉੱਤੇ ਇਕਮੁੱਠ ਹੋ ਕੇ ਚੱਲ ਸਕਦੇ ਹਾਂ। ਜੇ ਦੋ ਵਿਰੋਧੀਆਂ ਧਿਰਾਂ ਵੀ ਇਲੈਕਸ਼ਨ ਲੜਦੀਆਂ ਤਾਂ ਵੀ ਤੁਸੀਂ ਦੇਖੋ ਕਿ ਉਹ ਇਲੈਕਸ਼ਨਾਂ ਦੇ ਵਿੱਚ ਜਿਹੜਾ ਹਾਰਦਾ ਉਹ ਵੀ ਕਬੂਲ ਕਰਦਾ ਕਿ ਕੋਈ ਜਿੱਤਿਆ। ਉਰੇ ਕੋਈ ਡੋਨਲਡ ਟਰੰਪ ਤਾਂ ਹੈ ਨਹੀਂ ਗਾ। ਤੇ ਸਾਧ ਸੰਗਤ ਜੀ, ਉਹ ਜਿਹੜੀ 5 ਸਾਲ ਉਹ ਕੋਸ਼ਿਸ਼ ਕਰਦਾ ਕਿ ਮੈਂ ਆਪਣੀ ਗੱਲ ਕਰ ਲਾਂ, ਉਹ ਅੱਗੇ ਆਪਣੇ ਚੋਣ 'ਚ ਆਸ ਰੱਖਦਾ। ਪਰ ਅੱਜ ਕੀ ਹੋਇਆ ਇਲੈਕਸ਼ਨ ਬਲੌਕ ਕੀਤੇ ਹੋਏ ਆ। ਜਿਹੜੇ ਹੁਕਮਨਾਮੇ ਹੁੰਦੇ ਆ, ਜਿਹੜੀਆਂ ਗੱਲਾਂ ਹੁੰਦੀਆਂ ਉਹ ਗਲਤ ਦਿੱਤੇ ਜਾਂਦੇ ਆ ਤੇ ਲੋਕ ਸਮਝਦੇ ਆ ਅਸੀਂ ਹੁਣ ਇਹਦੇ ਬਾਰੇ ਕੀ ਕਰ ਸਕਦੇ ਆ। ਉਹ ਫਿਰ ਜਦੋਜਹਿਦ 'ਚ ਲੱਗ ਜਾਂਦੇ ਆ ਕਿ ਇਹਨਾਂ ਨੇ ਚੋਣ ਤਾਂ ਕਰਾਣੇ ਨਹੀਂ, ਅਸੀਂ ਆਪ ਦਾ ਘਰ ਸਾਫ਼ ਤਾਂ ਆਪਣੇ ਮਤਦਾਨ ਨਾਲ ਕਰ ਨਹੀਂ ਸਕਦੇ। ਫਿਰ ਹੱਥੋਂ ਪਾਈ ਤੇ ਸਾਨੂੰ ਇਹ ਲਿਆ ਦਿੰਦੇ ਹੈਗੇ ਆ। ਸੋ ਅਸੀਂ ਆਹ ਸੁਝਾਅ ਦੇ ਕੇ ਗਏ ਆ ਕਿ ਜਦ ਆਪਾਂ ਇਕਮਤ ਹੋਣਾ ਹੈ, ਆਪਾਂ ਜਮਹੂਰੀਅਤ ਤਰੀਕੇ ਨਾਲ ਇਕਮਤ ਹੋਈਏ, ਨਾ ਕਿ ਹੁਣ SGPC ਦਾ ਚੋਣ ਹੀ ਨਹੀਂ ਹੋਇਆ ਹੈਗਾ, ਸਿੱਧੇ ਆ ਰਹੇ ਆ। ਪਰ ਹਰੇਕ ਦੇ ਮਨ 'ਚ ਇਹ ਹੈ ਕਿ ਕਿਹਦੇ ਨਾਲ ਤੁਰੇ ਆ, ਕੀ ਇਹਨਾਂ ਨੂੰ ਅਥਾਰਟੀ ਮਿਲੀ ਹੈ, ਕਿਵੇਂ ਇਹ ਬਣੇ ਹੋਏ ਆ। ਜੇ ਇਹਨਾਂ ਦੀ ਬਣਤਰ ਸਹੀ ਹੋਵੇ ਤਾਂ ਸਾਰੇ ਨਾਲ ਚੱਲਣਗੇ। ਆਵਾਜ਼ ਜਿਹੜੀ ਆ ਉਹ ਬਿਲਕੁਲ ਬੰਦ ਕੀਤੀ ਗਈ ਹੈ ਤੇ ਇਹ ਜਥੇ ਪੁੱਛਿਆ ਜਾਵੇ ਕਿ ਪਹਿਲਾਂ ਗੁਰੂ ਸਾਹਿਬ ਜ਼ਰੂਰੀ ਨੇ ਜਾਂ ਪੰਥਕ ਜ਼ਰੂਰੀ? ਦੇਖੋ, ਪੰਥ ਤੇ ਗੁਰੂ ਸਾਹਿਬ ਦਾ ਮੇਲ ਅਟੂਟ ਹੈ। ਇਹ ਦੋਨੋਂ ਇੱਕ ਦੂਜੇ ਦੇ ਨਾਲ ਬੰਨੇ ਹੋਏ ਆ। ਜਿੱਥੇ ਆਪਾਂ ਪੰਥ ਦੀ ਗੱਲ ਕਰਦੇ ਹਾਂ ਉੱਥੇ ਗੁਰੂ ਸਾਹਿਬ ਕਹਿੰਦੇ ਆ ਕਿ ਸੰਗਤ ਨੂੰ 21 ਬਿਸਵੇ, ਗੁਰੂ ਨੂੰ 20 ਬਿਸਵੇ। ਜਿੱਥੇ ਆਪਾਂ ਪੰਥ ਦੀ ਗੱਲ ਕਰਦੇ ਹੈਗੇ ਆ, ਗੁਰੂ ਸਾਹਿਬ ਨੂੰ ਸਿਰ ਤੇ ਰੱਖ ਕੇ ਆਪਦੇ ਤਾਜ ਸਮਝਦੇ ਆ। ਸੋ ਇਹ ਆਪਸ 'ਚ ਜਿਹੜਾ ਮੇਲ ਹੈ, ਇਹ ਦੋਨੋਂ ਗੱਲਾਂ ਤੇ ਸਾਨੂੰ ਕੰਮ ਕਰਨਾ ਪੈਣਾ। ਇਸੇ ਲਈ ਸਾਨੂੰ ਗੁਰੂ ਸਾਹਿਬ ਨੇ ਮੀਰੀ ਤੇ ਪੀਰੀ ਦੇ ਸਿਧਾਂਤ ਤੇ ਤੋਰਿਆ। ਸੋ ਇਹਨਾਂ 'ਚ ਕੋਈ ਵਖਰੇਵਾਂ ਨਹੀਂ ਹੈਗਾ, ਸਗੋਂ ਇਹਨਾਂ ਦੋਨਾਂ ਦੇ ਹੱਲ ਸਾਨੂੰ ਕਰਨੇ ਪੈਣੇ ਆ। ਇਹ ਸਾਡੇ ਕੌਮ ਦੀ ਮਜਬੂਰੀ ਹੈ। ਤੇ ਜਿਹੜੇ 328 ਸਰੂਪ ਹੈ ਉਹਦੇ ਵਿੱਚ ਸਾਡੇ ਪਾਰਟੀ ਨੇ ਸਿੱਖ ਜੁਡੀਸ਼ੀਅਲ ਕਮਿਸ਼ਨ 'ਚ ਕੇਸ ਪਾਇਆ ਹੋਇਆ। ਪਿਛਲੇ ਦਿਨ ਕਵਲਜੀਤ ਸਿੰਘ ਜਿਹੜਾ ਮੁਲਾਜ਼ਮ ਸੀ, ਉਹਨੇ ਬਹੁਤ ਵੱਡੇ ਖੁਲਾਮੇ ਕੀਤੇ ਹੈ, ਜਿਹਦੇ ਵਿੱਚ ਇਹਨਾਂ ਦੇ ਸੀਨੀਅਰ ਸਕੱਤਰਾਂ ਦੇ ਉੱਤੇ ਉਹਨੇ ਉਂਗਲ ਚੱਕੀ ਹੈ। ਉਹ ਕੇਸ ਵੀ ਅਸੀਂ ਹੁਣ ਸਰਕਾਰਾਂ ਦੇ ਸਾਹਮਣੇ ਲੈ ਕੇ ਜਾ ਰਹੇ ਹਾਂ ਕਿ ਉਹਦੀ ਪੜਤਾਲ ਹੋਵੇ ਔਰ ਇਹ ਜਿਹੜਾ ਢਕੀ ਗਈ ਹੈ ਗੱਲ, ਉਹਨੂੰ ਮੁੜ ਕੇ ਅਸੀਂ ਖੋਲ੍ਹ ਰਹੇ ਹਾਂ। ਇਹਦੇ ਯਤਨ ਪੂਰੇ ਜਾਰੀ ਹਨ। ਹੁਣ ਬੰਦੀ ਸਿੰਘ ਜਿਹੜੇ ਆ ਉਹ ਵੀ ਚੇਤੇ ਆ ਰਹੇ ਨੇ ਤੇ ਪਟਿਆਲਾ ਘਟਨਾ ਵੀ ਚੇਤੇ ਆ ਰਹੀ, ਪਰ ਬਾਈਬਲ ਕਾਂਡ ਕਿਉਂ ਨਹੀਂ? ਅਸੀਂ ਆਪਣੇ ਗ੍ਰਿਫਤਾਰੀ ਰੋਜ਼ ਉੱਥੇ ਬਰਗਾੜੀ ਵਿੱਚ ਦੇ ਰਹੇ ਹੈਗੇ ਆ। ਸਾਡੇ ਮਨ 'ਚੋਂ ਗੁਰੂ ਸਾਹਿਬ ਕਦੀ ਨਹੀਂ ਵਾਂਝੇ ਹੋ ਸਕਦੇ ਹੈਗੇ। ਅਸੀਂ ਆਪਣੇ ਇਨਸਾਫ ਵਾਸਤੇ ਉੱਥੇ ਲਗਾਤਾਰ ਉੱਥੇ ਜਾਰੀ ਕੀਤਾ ਹੋਇਆ ਮੋਰਚਾ ਤੇ ਅਸੀਂ ਉਹਦੇ ਉੱਤੇ ਅਟੱਲ ਖੜੇ ਹਾਂ।